ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਗੁਰਾਂ ਦੀ ਨਿਵਾਜੀ ਹੋਈ ਸਾਧ ਸੰਗਤ ਜੀ, ਆਓ ਸਤਿਗੁਰੂ ਜੀ ਮਿਹਰਾਂ ਦਾ ਮੀਂਹ ਬਰਸਾ ਰਹੇ ਹਨ। ਆਪ ਬੜੇ ਹੀ ਕਿਰਪਾ ਦੇ ਪਾਤਰ ਬਣਨਾ ਕਰ ਰਹੇ ਹੋ, ਜੋ ਇਸ ਕਿਰਪਾ ਦੇ ਮੀਂਹ ਦੇ ਵਿੱਚ ਇਸ਼ਨਾਨ ਕਰ ਰਹੇ ਹੋ। ਭਾਵ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ, ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਰਹੇ ਹਨ। ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ, ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਦਾ, ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਕਾਰਜ ਸਤਿਗੁਰੂ ਲੜੀਵਾਰ ਆਪ ਸਾਧ ਸੰਗਤ ਜੀ ਵਿੱਚ ਵਾਪਰ ਕੇ ਕਰਵਾ ਰਹੇ ਹਨ। ਸੋ ਆਓ 23ਵੀਂ ਅਸ਼ਟਪਦੀ ਦਾ ਅਸੀਂ ਸ਼ਲੋਕ ਪੜ੍ਹ ਕੇ ਗਾ ਕੇ ਸਰਵਣ ਕੀਤਾ ਹੈ। ਪਿੱਛੇ ਸਾਡੀ ਹੁਣ ਤੱਕ 22 ਅਸ਼ਟਪਦੀਆਂ ਦੀ ਸੰਪੂਰਨਤਾ ਤੱਕ ਵਿਚਾਰ ਹੋ ਚੁੱਕੀ ਹੈ। ਆਓ ਇਸ ਸ਼ਲੋਕ ਨੂੰ ਅਸੀਂ ਪੜ੍ਹਿਆ ਹੈ, ਗਾਵਿਆ ਹੈ, ਸਰਵਣ ਕੀਤਾ ਹੈ। ਸਤਿਗੁਰੂ ਜੀ ਕੀ ਫਰਮਾ ਰਹੇ ਹਨ, ਸਾਡੇ ਤਾਈਂ ਕਲਯੁਗੀ ਜੀਵਾਂ ਤਾਈਂ ਕੀ ਉਪਦੇਸ਼ ਬਖਸ਼ਦੇ ਹਨ। ਆਓ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸ਼ਲੋਕ ਸਤਿਗੁਰੂ ਕਹਿੰਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਵੇਖੋ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਗਿਆਨ ਰੂਪੀ ਅੰਜਨ ਸੁਰਮਾ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ ਬੁੱਧ ਰੂਪੀ ਨੇਤਰਾਂ 'ਚ ਸ਼ਰਧਾ ਰੂਪੀ ਸੁਰਮੇਦਾਨੀ ਵਿੱਚੋਂ ਜੁਗਤੀ ਰੂਪੀ ਸਲਾਈਆਂ ਦੁਆਰਾ ਗਿਆਨ ਰੂਪੀ ਸੁਰਮਾ ਗੁਰੂ ਸਾਹਿਬ ਨੇ ਦੇ ਦਿੱਤਾ ਹੈ। ਉਹਦਾ ਅਗਿਆਨ ਦਾ ਅੰਧੇਰਾ ਸਾਰਾ ਹੀ ਨਾਸ਼ ਹੋ ਜਾਂਦਾ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਲੋਕ ਆਂਦੇ ਆ, ਜਿਹੜੇ ਕੋਈ ਪੁਰਖ ਪਾ ਲੈਂਦੇ ਆ, ਉਹ ਆਪ ਦਿਸਣੋਂ ਰਹਿਤ ਹੋ ਜਾਂਦੇ ਆ ਤੇ ਹਨੇਰੇ 'ਚ ਪਈਆਂ ਸਾਰੀਆਂ ਚੀਜ਼ਾਂ ਨੂੰ ਵੇਖ ਲੈਂਦੇ ਆ। ਹਨੇਰ ਗੁਫਾ ਵਿੱਚ ਵੀ ਅਤੇ ਸਾਰੀਆਂ ਥਾਵਾਂ ਵਿੱਚ ਉਹ ਵੇਖ ਲੈਂਦੇ ਆ। ਇੱਕ ਲੋਕ ਅੰਜਨ ਵਿੱਚ ਇਹ ਜਿਹੜਾ ਲੁਕ ਜਾਣ ਵਾਲਾ ਅੰਜਨ ਸੁਰਮਾ ਹੈ, ਉਹਦੇ ਵਿੱਚ ਇਹ ਤਾਕਤ ਹੈ। ਜਿਨ੍ਹਾਂ ਨੂੰ ਗੁਰੂ ਸਾਹਿਬ ਗਿਆਨ ਰੂਪੀ ਸੁਰਮਾ ਪਾ ਦਿੰਦੇ ਆ, ਉਹਦੇ ਅੰਦਰੋਂ ਹੰਕਾਰ ਮਿਟ ਜਾਂਦਾ, ਸਾਰਿਆਂ 'ਚ ਵਾਹਿਗੁਰੂ ਦਿਸ ਆਉਂਦਾ ਹੈ। ਅਗਿਆਨ ਦਾ ਜਿਹੜਾ ਅੰਧੇਰਾ ਹੈ ਨਾ, ਫੋਲੇ ਪਏ ਆ, ਇਹ ਸਾਰਾ ਨਾਸ਼ ਹੋ ਜਾਂਦਾ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸਤਿਗੁਰੂ ਜੀ ਦੱਸਦੇ ਭਾਈ, ਇਹ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਹੋ। ਸੰਤ ਗੁਰੂ ਨਾਨਕ ਸਾਹਿਬ, ਸੰਤ ਗੁਰੂ ਭੇਟਿਆ, ਮਿਲੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਇਹ ਸਤਿਗੁਰੂ ਸੰਤਾਂ ਦੇ ਨਾਲ ਮਿਲਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਮਨ 'ਚ ਅਪਰੋਖ ਗਿਆਨ ਦਾ ਪ੍ਰਕਾਸ਼ ਹੋਇਆ, ਨਿਰਾਵਰਣ ਆਨੰਦ ਪ੍ਰਾਪਤ ਹੋਇਆ ਹੈ ਪ੍ਰਕਾਸ਼। ਅੱਗੇ ਇਸ ਸ਼ਲੋਕ ਦੀ ਜੋ ਵਿਸਥਾਰ ਦੇ ਨਾਲ ਸਤਿਗੁਰੂ ਕਥਾ ਵਿਚਾਰ ਔਰ ਤਤ ਭਾਵ ਦੱਸਦੇ, ਉਹ ਅਸ਼ਟਪਦੀ ਰਾਹੀਂ ਦੱਸਦੇ ਹਨ। ਇਸ ਸ਼ਲੋਕ ਦੇ ਅਰਥ ਅਸ਼ਟਪਦੀ ਵਿੱਚ ਕਰਨਗੇ ਸਤਿਗੁਰੂ। ਆਓ ਅਸੀਂ ਇਸ ਅਸ਼ਟਪਦੀ ਨਾਲ 8 ਪੌੜੀਆਂ ਵਾਲੀ, ਇਸ 8 ਪਦਿਆਂ ਵਾਲੀ ਅਸ਼ਟਪਦੀ ਨਾਲ ਜੁੜਨ ਦਾ ਯਤਨ ਕਰੀਏ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ। ਇਹ ਪਿਆਰਿਓ, ਇਹੋ ਜਿਹਾ ਗਿਆਨ ਰੂਪੀ ਸੁਰਮਾ ਗੁਰੂ ਸਾਹਿਬ ਨੇ ਦੇ ਦਿੱਤਾ ਹੈ। ਆਪ ਦੇ ਸੰਤਾਂ ਦੀ ਸੰਗਤ 'ਚ ਮਿਲਾ ਕਰਕੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਜਿਨ੍ਹਾਂ ਨੇ ਸੰਤਾਂ ਪਿਆਰਿਆਂ ਦੀ ਸੰਗਤ ਕੀਤੀ ਹੈ, ਉਹਨਾਂ ਅੰਦਰੋਂ ਹੀ
ਵਾਹਿਗੁਰੂ ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਰਚ ਕੇ ਫਿਰ ਗੁਪਤ ਰਹਿੰਦਾ ਹੈ, ਅੰਦਰੋਂ ਹੀ ਪ੍ਰਗਟ ਕਰਕੇ ਹਿਰਦੇ ਦਾ ਸਾਖੀ ਰੂਪ ਕਰਕੇ ਵੇਖ ਲਿਆ ਹੈ। ਨਾਮ ਪ੍ਰਭੂ ਕਾ ਲਾਗਾ ਮੀਠਾ। ਇਹ ਦੇਖਿਆ ਕਿਹਨਾਂ ਨੇ ਮਹਾਰਾਜ? ਸੰਤ ਸੰਗ ਨਾਮ ਪ੍ਰਭੂ ਕਾ ਲਾਗਾ ਮੀਠਾ। ਜਿਨ੍ਹਾਂ ਨੂੰ ਸਤ ਸੰਗਤ 'ਚ ਮਿਲ ਕਰਕੇ ਨਾਮ ਪ੍ਰਭੂ ਦਾ ਪਿਆਰਾ ਲੱਗ ਆਇਆ, ਮਨ ਜਾਗੈ ਕਿ ਇਹ ਨਿਸ਼ਾਨੀ, ਲਾਗੈ ਪ੍ਰੇਮ ਸੀ ਕੁਰਬਾਨੀ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਭਾਈ ਜਦੋਂ ਸੰਗਤ 'ਚ ਵਾਹਿਗੁਰੂ ਦਾ ਨਾਮ ਪਿਆਰਾ ਲੱਗ ਜਾਵੇ, ਉਸ ਵੇਲੇ ਅੰਦਰੋਂ ਹੀ ਪ੍ਰਭੂ ਨੂੰ ਵੇਖ ਲਈਦਾ ਹੈ। ਸਗਲ ਸਮਿਗਰੀ ਏਕਸ ਘਟ ਮਾਹੇ। ਇੱਥੇ ਇੱਕ ਗੱਲ ਬੜੀ ਹੀ ਸਾਨੂੰ ਧਿਆਨ ਦੇਣ ਯੋਗ ਹੈ ਕਿ ਬਹੁਤ ਥਾਈਂ ਇਹ ਸ਼ਬਦ ਆਇਆ ਹੈ ਸਮਿਗਰੀ, ਕਿਤੇ ਇਸ ਸ਼ਬਦ ਨੂੰ ਸਮੱਗਰੀ ਆਇਆ ਹੈ, ਕਿਤੇ ਇਸ ਸ਼ਬਦ ਦਾ ਨਾਮ ਸਮਿਗਰੀ ਕਰਕੇ ਆਇਆ ਹੈ। ਹਾਂਜੀ, ਸੋ ਇੱਥੇ ਸਤਿਗੁਰਾਂ ਸੱਸਾ ਮੰਮੇ ਨੂੰ ਸਿਹਾਰੀ, ਗੱਗੇ ਦੇ ਪੈਰ 'ਚ ਰਾਰਾ ਤੇ ਉੱਤੇ ਬਿਹਾਰੀ ਹੈ, ਤੇ ਬਿਹਾਰੀ ਜਿਹੜੀ ਹੈ ਉਹ ਰਾਰੇ ਨੂੰ ਆਵੇਗੀ। ਸਮਿਗਰੀ ਕਹਿੰਦੇ ਸਗਲ ਸਮਿਗਰੀ, ਸਾਰੀ ਜਿੰਨੀ ਸਮੱਗਰੀ ਹੈ, ਜਿੰਨੇ ਪਦਾਰਥਾਂ ਦੇ ਸਮੁਦਾਇ ਹੈ, ਜਿੰਨੇ ਬ੍ਰਹਿਮੰਡਾਂ ਦੀਆਂ ਰਚਨਾ ਹਨ, ਇੱਕ ਇੱਕ ਹਿਰਦੇ 'ਚ ਮਹਾਰਾਜ ਪ੍ਰਗਟ ਕਰਕੇ ਦਿਖਾ ਦਿੰਦੇ ਆ। ਏਡੀ ਦਿਵ ਜੋਤ ਕਰਾਉਂਦੇ ਆ। ਜਿਵੇਂ ਸਤਿਗੁਰੂ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਇੱਕ ਦੇਹ ਦੇ ਅੰਦਰ ਸਾਰੀ ਸਮੱਗਰੀ, ਜਿੰਨਾ ਬ੍ਰਹਿਮੰਡ ਖੰਡ ਹੈ, ਸਾਰਾ ਇੱਕੇ ਦੇਹ 'ਚ ਹੀ ਦਿਖਾ ਦਿੰਦੇ ਆ। ਸੱਚੇ ਪਾਤਸ਼ਾਹ ਦੀ ਅਚਰਜਤਾਈ ਹੈ ਇਹ, ਬੇਅੰਤ ਹੈ ਉਹ ਸੱਚੇ ਪਾਤਸ਼ਾਹ ਕਿ ਏਡੇ ਵੱਡੇ ਹੈ। ਇਉਂ ਸੂਖਮ ਦੇਹ ਦੇ ਅੰਦਰ ਅਸਥੂਲ ਰੂਪ ਸਾਰਾ ਬ੍ਰਹਿਮੰਡ ਦਿਖਾ ਦਿੰਦੇ ਆ। ਸਾਰੀ ਜਿੰਨੀ ਸਮੱਗਰੀ ਹੈ, ਸਾਰੇ ਜਿੰਨੇ ਪਦਾਰਥ ਹੈ, ਸਾਰੇ ਜਿੰਨੇ ਇੱਕ ਹਿਰਦੇ ਦੇ ਅੰਦਰ, ਜੋਗੀ ਤਾਂ ਧਿਆਨ ਨਾਲ ਵੇਖਦੇ ਆ। ਜਿਹੜੇ ਗੋਡਿਆਂ ਤੱਕ ਧਿਆਨ ਧਰਤੀ ਦਾ ਕਰਦੇ ਆ, ਧਰਤੀ ਦੀਆਂ ਸਾਰੀਆਂ ਚੀਜ਼ ਦਿਸਦੀਆਂ ਹਨ। ਲੱਕ ਤੱਕ ਸਾਧ ਸੰਗਤ ਜੀ ਪਾਣੀ ਦਾ ਧਿਆਨ ਕਰਦੇ ਆ, ਪਾਣੀ ਦੀਆਂ ਚੀਜ਼ਾਂ ਉਹਨਾਂ ਨੂੰ ਦਿਸਦੀਆਂ ਧਿਆਨ ਵਿੱਚ। ਅਤੇ ਧੁੰਨੀ ਤੱਕ ਲੱਕ ਤੋਂ ਲਾ ਕੇ ਅਗਨੀ ਦਾ ਧਿਆਨ ਕਰਦੇ ਆ, ਉਸ ਨੂੰ ਅੱਗ ਦੇ ਚਮਤਕਾਰੇ ਕ੍ਰਿਸ਼ਮੇ ਉਸ ਨੂੰ ਦਿਸਦੇ ਆ। ਅਤੇ ਨਾਭੀ ਤੋਂ ਲੈ ਕੇ ਗਲ ਤੱਕ ਹਵਾ ਦਾ ਧਿਆਨ ਕਰਦੇ ਆ। ਹਵਾ ਦੇ ਅੰਦਰ ਜਿੰਨੀਆਂ ਆਵਾਜ਼ਾਂ ਉਹਨਾਂ ਸਿੱਧਾਂ ਨੂੰ ਬਿਨਾਂ ਰੇਡੀਓ ਦੇ ਸੁਣਦੀਆਂ, ਅਤੇ ਗਲ ਤੋਂ ਲੈ ਕੇ ਸਿਰ ਤੱਕ ਆਕਾਸ਼ ਦਾ ਧਿਆਨ ਕਰਦੇ ਆ। ਆਕਾਸ਼ ਵਿੱਚ ਜਿੰਨੀਆਂ ਗੁਪਤ ਰੂਹਾਂ ਸਾਰੀਆਂ ਪ੍ਰਗਟ ਹੋ ਜਾਂਦੀਆਂ। ਇਸ ਪ੍ਰਕਾਰ ਜੋਗੀ ਤਾਂ ਇਹ ਧਿਆਨ ਨਾਲ ਵੇਖਦੇ ਆ। ਸਗਲ ਸਮੱਗਰੀ ਸਤਿਗੁਰੂ ਕਹਿੰਦੇ ਭਾਈ ਏਕਸ ਘਟ ਮਾਹੇ, ਇੱਕ ਦੇਹ ਦੇ ਅੰਦਰ ਹੀ ਦਿਸਦੀ ਹੈ ਉਹਨਾਂ ਨੂੰ। ਅਤੇ ਜਿਹੜੇ ਗਿਆਨਵਾਨ ਉਹ ਬੁੱਧੀ 'ਚ ਦੇਖਦੇ ਆ। ਬੁੱਧੀ ਹੈ ਜਿਹੜੀ, ਬੁੱਧੀ ਅੰਦਰ ਸਾਰੀਆਂ ਚੀਜ਼ਾਂ ਜੋ ਫੁਰਨਾ ਕਹੀਏ ਉਹ ਅੰਦਰ ਪ੍ਰਗਟ ਹੋ ਆਉਂਦੀ ਹੈ। ਜਿੰਨੀਆਂ ਵਿਦਿਆ ਅੰਗਰੇਜ਼ੀ, ਫਾਰਸੀ, ਅਰਬੀ, ਉਰਦੂ, ਗੁਰਮੁਖੀ, ਇਹ ਜਿੰਨੀਆਂ ਵਿਦਿਆ ਨਾ, ਜਿਹੜੀ ਲਾਗ ਲੱਗ ਜੇ ਉਹ ਸਾਰੀ ਅੰਦਰ ਪ੍ਰਗਟ ਹੋ ਆਉਂਦੀ ਹੈ। ਇਹੋ ਜਿਹੀ ਅਵਸਥਾ ਹੈ ਮਨ ਦੇ ਅੰਦਰ ਸਾਧ ਸੰਗਤ ਜੀ। ਸਾਰੇ ਵੇਦ ਸ਼ਾਸਤਰ ਇਹ ਸੁਨਹਿਰੀ ਅੱਖਰਾਂ ਵਿੱਚ ਪ੍ਰਗਟ ਹੋ ਕੇ ਦਿਸਣ ਲੱਗ ਜਾਂਦੇ ਆ। ਇਹ ਵੀ ਇੱਕ ਸਿੱਧੀ ਹੈ, ਜਿਹੜਾ ਇਸ 'ਚ ਤਰ ਜਾਏ ਉਸ ਨੂੰ ਵਿਦਿਆ ਦਾ ਗਿਆਨ ਹੋ ਜਾਂਦਾ ਹੈ, ਪਰ ਉਸ ਨੂੰ ਫਿਰ ਪਰਮਾਰਥ ਵੱਲੋਂ ਟਿਕਾ ਨਹੀਂ ਰਹਿੰਦਾ। ਜਿਵੇਂ ਮਹਾਂਪੁਰਖਾਂ ਦੇ ਪਾਸ ਇੱਕ ਸਿੰਘ ਗਿਆ ਭਿੰਡਰ ਕਲਾਂ, ਉਹ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਇਹ ਇਸ ਤਰ੍ਹਾਂ ਨਜ਼ਾਰਾ ਹੋ ਗਿਆ, ਸਾਰੇ ਵੇਦ ਸ਼ਾਸਤਰ ਸੋਨੇ ਦੇ ਅੱਖਰਾਂ 'ਚ ਰੂਪ ਧਾਰ ਕੇ ਮੇਰੇ ਸਾਹਮਣੇ ਆ ਕੇ ਦਿਸਦੇ ਆ। ਕੀ ਕਾਰਨ ਹੈ? ਹੱਸ ਕੇ ਕਹਿੰਦੇ ਭਾਈ ਤੈਂ ਪਿੱਛੇ ਵਿਦਿਆ ਪੜ੍ਹੀ ਹੋਣੀ ਹੈ, ਇਸ ਕਰਕੇ ਤੇਰੇ 'ਚ ਇਹ ਚਾਂਸ ਆ ਬਣਿਆ ਦਿਸੀ ਹੈ, ਪਰ ਇਹਦੇ ਵਿੱਚ ਨਹੀਂ ਪਰਤਣਾ ਚਾਹੀਦਾ। ਕਹਿੰਦੇ ਮਨ ਦੇ ਅੰਦਰ ਇੱਕ ਖਿੜਾਵ ਸਿੱਧੀਆਂ ਦਾ ਹੈ, ਇਸ ਸਿੱਧੀ ਦੇ ਖਿੜਾਵ ਦੇ ਨਾਲ ਪਰਮੇਸ਼ਰ ਦਾ ਇਹ ਸਿਮਰਨ ਭੁਲਾ ਦਿੰਦੀ ਹੈ। ਇਹਦੇ ਵਿੱਚ ਨਾ ਪਰਚੋ, ਨਾਮ 'ਚ ਜੁੜੋ। ਫੇਰ ਸੰਤਾਂ ਨੇ ਪੁੱਛਿਆ ਦੱਸ ਤੈਨੂੰ ਕੀ ਫੁਰਿਆ? ਉਸ ਵੇਲੇ ਉਸ ਨੂੰ ਬ੍ਰਹਮ ਅਰਪਣ ਦਾ ਸ਼ਲੋਕ ਸੁਨਹਿਰੀ ਅੱਖਰਾਂ 'ਚ ਦਿਸਦਾ ਸੀ। ਉਸ ਆ ਕੇ ਦੱਸਿਆ ਮਹਾਰਾਜ ਸੁਨਹਿਰੀ ਅੱਖਰਾਂ 'ਚ ਮੈਨੂੰ ਗੀਤਾ ਦਾ ਸ਼ਲੋਕ ਦਿਸ ਪਿਆ। ਹੱਸ ਪਏ।
ਕਹਿਣ ਲੱਗੇ, ਕੋਈ ਨਹੀਂ, ਇਹੋ ਜਿਹੀਆਂ ਗੱਲਾਂ 'ਚ ਨਹੀਂ ਪਰਚੀਦਾ ਹੁੰਦਾ। ਵਾਹਿਗੁਰੂ ਦੇ ਸਿਮਰਨ 'ਚ ਜੁੜਨਾ ਚਾਹੀਦਾ। ਇਸ ਪ੍ਰਕਾਰ ਸਾਧ ਸੰਗਤ ਜੀ ਨਜ਼ਾਰੇ ਵੀ ਹੋ ਜਾਂਦੇ ਹਨ। ਹਜ਼ੂਰ ਫਰਮਾਉਂਦੇ ਹਨ ਕਿ ਸਗਲ ਸਮਿਗਰੀ ਏਕਸ ਘਟ ਮਾਹੇ। ਇੱਕ ਘਟ ਹਿਰਦੇ ਦੇ ਅੰਦਰ ਇਹ ਸਾਰੀਆਂ ਸਮੱਗਰੀਆਂ ਪ੍ਰਤੀਤ ਹੋਣ ਲੱਗ ਜਾਂਦੀਆਂ ਹਨ ਪਦਾਰਥਾਂ ਦੀਆਂ, ਪਰ ਇਹਨਾਂ ਵਿੱਚ ਪਰਚਣਾ ਨਹੀਂ ਚਾਹੀਦਾ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਵੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਆ ਨਾ ਕਿ ਰਿੱਧ ਸਿੱਧ ਅਵਰਾ ਸਾਧ। ਸਤਿਗੁਰੂ ਕਹਿੰਦੇ ਇੱਕ ਤੇ ਐਵੇਂ ਜਿਹਾ ਸਵਾਦ ਆ ਰਿੱਧ ਸਿੱਧ ਦਾ, ਐਵੇਂ ਕੋਈ ਇਹਦਾ ਫਾਇਦਾ ਨਹੀਂ। ਇਹ ਤੇ ਰਿੱਧ ਸਿੱਧ ਅਵਰਾ ਸਾਧ ਆ, ਐਵੇਂ ਵਾਧੂ ਜਿਹਾ ਸਵਾਦ ਹੈ। ਇਹ ਮੰਜ਼ਿਲ ਨਹੀਂ, ਮੰਜ਼ਿਲ ਸਾਡੀ ਨਾਮ ਜਪਣ ਦੀ ਹੈ। ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਸਤਿਗੁਰੂ ਜੀ ਫਰਮਾਉਂਦੇ ਭਾਈ ਅਨੇਕਾਂ ਰੰਗ ਤੱਤਾਂ ਦੇ ਜਿਹੜੇ ਹੈ, ਹਰਾ ਰੰਗ ਹਵਾ ਦਾ ਹੈ, ਚਿੱਟਾ ਰੰਗ ਪਾਣੀ ਦਾ ਹੈ, ਕਾਲਾ ਰੰਗ ਆਕਾਸ਼ ਦਾ ਹੈ, ਲਾਲ ਰੰਗ ਅੱਗ ਦਾ ਹੈ, ਪੀਲਾ ਰੰਗ ਧਰਤੀ ਦਾ ਹੈ। ਇਹ ਸਾਰੇ ਰੰਗ ਵੀ ਵਿੱਚ ਦਿਸਣ ਲੱਗ ਜਾਂਦੇ ਦੇਹ ਦੇ। ਹੱਡੀਆਂ ਦੇ ਅੰਦਰ ਚਮਕਾਰੇ ਪੈਂਦੇ ਇਹਨਾਂ ਰੰਗਾਂ ਦੇ। ਇਸ ਪ੍ਰਕਾਰ ਦੀ ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਅਨੇਕਾਂ ਰੰਗ ਕੌਤਕ ਵੀ ਦਿਸਦੇ ਆ। ਨਾਨਾ ਤਰ੍ਹਾਂ ਦੀ ਸ੍ਰਿਸ਼ਟੀ ਵੀ ਭਾਸਣ ਲੱਗ ਜਾਂਦੀ ਹੈ। ਉਸ ਵੇਲੇ ਅਚਰਜ ਚੀਜ਼ ਹੈ। ਇਸ ਪ੍ਰਕਾਰ ਅਸਥੂਲ ਸ੍ਰਿਸ਼ਟੀ ਵੀ ਸੂਖਮ ਦੇਹ ਵਿੱਚ ਭਾਸਣ ਲੱਗ ਜਾਂਦੀ ਹੈ। ਸੋ ਅਨਕ ਰੰਗ ਜਿਸ ਪਰਮੇਸ਼ਰ ਨੇ ਅਨੇਕਾਂ ਹੀ ਰੰਗ ਕੀਤੇ ਆ, ਉਹ ਨਾਨਾ ਰੂਪਾਂ 'ਚ ਵੀ ਦੇਖਣ 'ਚ ਆ ਜਾਂਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਇਹ ਭਾਈ ਨੌਵੇਂ ਨਿਧੀਆਂ ਦੇ ਦੇਣ ਵਾਲਾ, ਅਮਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਉਹਦੇ 'ਚ ਇਹ ਸਾਰੀਆਂ ਵਡਿਆਈਆਂ ਹਨ। ਦੇਹੀ ਮਹਿ ਇਸ ਕਾ ਵਿਸਰਾਮ। ਇਹ ਦੇਹ ਦੇ ਅੰਦਰ ਇਸ ਨਾਮ ਦਾ ਵਿਸ਼ਰਾਮ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਧਰਤੀ ਦੇ ਅੰਦਰ ਦਰਿਆ ਚੱਲਦੇ ਆ, ਜੇ ਕੋਈ ਇੰਨਾ ਡੂੰਘਾ ਨਲਕਾ ਉਬਲ ਕਰਕੇ ਲਾਇਆ ਗਿਆ ਹੋਵੇ, ਫਿਰ ਉਹ ਪਾਣੀ ਆਪੇ ਹੀ ਬਾਹਰ ਨਿਕਲ ਕੇ ਧਰਤੀ ਤੇ ਚੱਲਣ ਲੱਗ ਜਾਂਦਾ ਹੈ। ਇੰਨਾ ਡੂੰਘਾ ਫੁੱਟਣ ਲੱਗ ਜੇ, ਇਉਂ ਡੂੰਘੀ ਬਿਰਤੀ ਜਿਹੜਾ ਕਰ ਲਵੇ, ਉਹਦੇ ਅੰਦਰ ਸਾਧ ਸੰਗਤ ਜੀ ਜਿਵੇਂ ਪਾਣੀ ਫਿਰ ਧਰਤੀ ਦੇ ਉੱਤੇ ਵਗਣ ਲੱਗ ਜਾਵੇ। ਇਸ ਨਲਕੇ 'ਚੋਂ ਜਿਹਦੇ ਥੱਲੇ ਧਰਤੀ ਦੇ ਦਰਿਆ ਵਗਦੇ ਨਿਕਲਣ ਲੱਗ ਜਾਏ, ਪਾਣੀ ਹੈ ਮਹਾਰਾਜ ਅੰਦਰੋਂ ਪ੍ਰਗਟ ਹੋ ਆਉਂਦੇ ਹਨ। ਇਸ ਦੇਹੀ ਦੇ ਅੰਦਰ ਹੀ ਇਸ ਨਾਮ ਦਾ ਵਿਸ਼ਰਾਮ ਹੈ। ਜਿਹਦਾ ਚਿੱਤ ਜੁੜ ਜਾਵੇ, ਉਹਦੀ ਲਿਵ ਦੇ ਨਾਲ ਅੰਦਰੋਂ ਸਿਖਿਆਤ ਹੋ ਜਾਂਦਾ ਹੈ। ਅਜਪਾ ਜਾਪ ਸਾਰਿਆਂ ਦੇ ਅੰਦਰ ਹੁੰਦਾ ਹੈ। ਸਾਡੇ ਮਨ ਚੰਚਲ ਉਸ ਵਿੱਚ ਜੁੜੇ ਹੋਏ ਨਹੀਂ। ਜਿਨ੍ਹਾਂ ਦਾ ਮਨ ਪਰਾ ਬਾਣੀ 'ਚ ਟਿਕ ਜਵੇ, ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ। ਦੇਹੀ ਦੇ ਵਿੱਚ ਹੀ ਉਸੇ ਦਾ ਹੀ ਵਿਸ਼ਰਾਮ ਹੈ ਪਰਮੇਸ਼ਰ ਦਾ। ਸੁਨ ਸਮਾਦ ਅਨਹਤ ਤਹਿ ਨਾਦ। ਉੱਥੇ ਅਫੁਰ ਹੋ ਜਾਂਦਾ ਹੈ, ਸਾਰੇ ਫੁਰਨੇ ਮਿਟ ਜਾਂਦੇ ਆ। ਸਾਰੀਆਂ ਸਮਾਧੀਆਂ ਜਿੰਨੀਆਂ ਹਨ, ਦ੍ਰਿਸ਼ ਆਨ ਸਮਾਧ ਆਦਿਕ 6 ਪ੍ਰਕਾਰ ਦੀਆਂ ਸਮਾਧੀਆਂ ਸਾਰੀਆਂ ਸਮਾ ਜਾਂਦੀਆਂ। ਸੁਨ ਅਫੁਰ ਵਿੱਚ ਬਿਰਤੀ ਸਮਾ ਜਾਂਦੀ ਹੈ। ਅਨਹਤ ਨਾਸ਼ ਤੋਂ ਰਹਿਤ ਹੈ। ਉੱਥੇ ਬਾਜਾ ਵੱਜਦਾ ਸਤਨਾਮ ਵਾਹਿਗੁਰੂ ਦਾ, ਇਹਦਾ ਕਦੇ ਨਾਸ਼ ਨਹੀਂ ਹੁੰਦਾ। ਸਤਨਾਮ ਤੇਰਾ ਪਰਾ ਪੂਰਬਲਾ, ਇਹ ਜਾਪ ਪ੍ਰਗਟ ਹੁੰਦਾ ਹੈ। ਹੋਰ ਅਨਹਤ ਵਾਜੇ ਜਿਹੜੇ ਕਹਿੰਦੇ ਆ, ਉਹ ਬਿਨਾਂ ਸਾਰੇ ਮਾਰੇ ਤੋਂ ਵੀ ਖੜਕੇ ਸੁਣਦੇ ਆ। ਕੰਨਾਂ ਦੀ ਘੂੰ ਘੂੰ ਜਿਹੜੇ ਸੁਣਦੇ ਆ, ਉਹ ਆਹਤ ਬਾਜੇ ਐ ਸਾਧ ਸੰਗਤ ਜੀ। ਜਦੋਂ ਪ੍ਰਾਣਾਂ ਦੀ ਹਰਕਤ ਹਟ ਜਾਂਦੀ, ਉਦੋਂ ਸੁਣਨੋਂ ਹਟ ਜਾਂਦੇ ਆ। ਅਤੇ ਇਹ ਜਿਹੜੀ ਚੀਜ਼ ਹੈ, ਇਹ ਨਾਸ਼ ਤੋਂ ਰਹਿਤ ਪਰਮੇਸ਼ਰ ਹੈ ਇੱਕ। ਉਹ ਨਾਦ ਆਦ ਤੋਂ ਰਹਿਤ ਪਰਮੇਸ਼ਰ ਉੱਥੇ ਪ੍ਰਗਟ ਹੋ ਆਉਂਦਾ ਉਸ ਪਦਵੀ 'ਚ। ਕਹਿਨ ਨ ਜਾਈ ਅਚਰਜ ਬਿਸਮਾਦ। ਇਹ ਗੁਰਸਿੱਖੋ, ਉਹ ਅਚਰਜ ਰੂਪ ਹੈ ਨਾ, ਜਿਹੜਾ ਉਹਨੂੰ ਪਾ ਕੇ ਬਿਸਮਾਦ ਹੋ ਜਾਈਦਾ। ਕਥਨ ਨਹੀਂ ਕੀਤਾ ਜਾਂਦਾ। ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਬਿਆਨ ਨਹੀਂ ਕੀਤਾ ਜਾ ਸਕਦਾ, ਸੋ ਉਸ ਪਦਵੀ ਨੂੰ ਕੋਈ ਕੀ ਦੱਸੇ। ਤਿਨ ਦੇਖਿਆ ਜਿਸ ਆਪ ਦਿਖਾਏ। ਸਤਿਗੁਰੂ ਜੀ ਫਰਮਾਉਂਦੇ ਭਾਈ, ਇਹ ਤਾਂ ਉਹਨਾਂ ਨੇ ਇਸ ਆਨੰਦ ਸਰੂਪ ਨੂੰ ਵੇਖਿਆ, ਜਿਹਨੂੰ ਮਹਾਰਾਜ ਪ੍ਰਗਟ ਕਰਕੇ ਆਪ ਵਿਖਾਉਂਦੇ ਹਨ। ਨਾਨਕ ਤਿਸ ਜਨ ਸੋਝੀ ਪਾਏ। ਉਸ ਜਨ ਨੂੰ ਮਹਾਰਾਜ ਕਹਿੰਦੇ
ਸੋਝੀ ਭਾਵ ਸਮਝ ਪਾ ਦਿੰਦੇ ਆ, ਉਹਨੂੰ ਸਮਝ ਪੈ ਜਾਂਦੀ ਹੈ। ਉਸ ਸਰੂਪ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ ਮਸਤ ਹੋ ਕੇ। ਸੋ ਅੰਤਰ ਸੋ ਬਾਹਰ ਅਨੰਤ। ਗਰੀਬ ਨਿਵਾਜ ਉਹ ਸੋਝੀ ਜਿਹੜੀ ਪੈਂਦੀ ਹੈ। ਗੁਰੂ ਹੋ ਆਪ, ਕਿਰਪਾ ਕਰੋ। ਉਹ ਪ੍ਰਗਟ ਕਿਸ ਤਰ੍ਹਾਂ ਦਾ ਹੁੰਦਾ ਦੱਸੋ। ਤਾਂ ਸਾਹਿਬ ਕਹਿੰਦੇ ਹਨ, ਇਹ ਗੁਰਸਿੱਖੋ, ਕਿਸੇ ਤੋਂ ਲੁਕੋ ਕੇ ਨਹੀਂ ਅਸੀਂ ਰੱਖਦੇ ਇਸ ਵਸਤੂ ਨੂੰ। ਅੰਦਰ ਵੀ ਉਹ ਹੀ ਦਿਸਦਾ ਹੈ ਤੇ ਬਾਹਰ ਵੀ ਉਹ ਹੀ ਦਿਸਦਾ ਹੈ, ਪਰ ਬਾਹਰ ਤੇ ਅੰਦਰ ਕਰਕੇ ਅੰਤ ਨਹੀਂ ਉਹਦਾ ਹੈ, ਅਨੰਤ ਹੈ। ਅੰਤ ਤੋਂ ਰਹਿਤ ਹੈ ਪਰਮੇਸ਼ਰ। ਘਟ ਘਟ ਵਿਆਪ ਰਹਿਆ ਭਗਵੰਤ। ਕਹਿੰਦੇ ਫਿਰ ਘਟਾਂ ਘਟਾਂ ਅੰਦਰ ਵੀ ਉਹ ਹੀ ਵਿਆਪਤ ਹੋ ਰਿਹਾ ਅਤੇ ਫਿਰ ਕੈਸਾ ਭਗਵੰਤ। ਖਟ ਬਨਸ ਮਨ ਭਗਵੰਤ ਹੈ। ਧਰਨ ਮਾਹਿ ਆਕਾਸ ਪਇਆਲ। ਉਹ ਏਡਾ ਵੱਡਾ ਸਮਰੱਥ ਹੈ, ਧਰਤੀ ਵਿੱਚ ਵੀ ਆਪ ਹੀ ਹੈ, ਆਕਾਸ਼ ਵਿੱਚ ਵੀ ਆਪ ਹੈ, ਪਤਾਲ ਵਿੱਚ ਵੀ ਆਪ ਹੈ। ਜਿਨ੍ਹਾਂ ਦੀ ਧਰਨ ਬੁੱਧੀ ਨਿਮਰਤਾ ਵਾਲੀ ਬਣੀ ਹੈ, ਪਤਾਲ ਦੀ ਨਿਆਈ ਗਰੀਬੀ ਵਾਲੀ ਬਣੀ ਹੈ, ਉਹਨਾਂ ਦੇ ਆਕਾਸ਼ ਦੀ ਨਿਆਈ ਚਿਰਾ ਆਕਾਸ਼ ਪ੍ਰਗਟ ਹੋ ਜਾਂਦਾ ਹੈ। ਸਾਰੀ ਧਰਤੀ ਬੁੱਧੀ ਵਿੱਚ ਵੀ, ਹਿਰਦੇ ਵਿੱਚ ਵੀ, ਪਤਾਲ ਗਰੀਬੀ ਵਾਲਿਆਂ 'ਚ ਸਾਰੀਆਂ ਚੀਜ਼ਾਂ ਪ੍ਰਗਟ ਹੁੰਦੀਆਂ ਹਨ। ਧਰਤੀ 'ਚ ਵੀ ਉਸੇ ਨੂੰ ਵੇਖਦੇ ਆ, ਆਕਾਸ਼ 'ਚ ਵੀ ਉਸੇ ਨੂੰ ਵੇਖਦੇ ਆ, ਪਤਾਲ 'ਚ ਵੀ ਉਸ ਪਰਮੇਸ਼ਰ ਨੂੰ ਹੀ ਵੇਖਦੇ ਆ। ਹੁਣ ਜਿਨ੍ਹਾਂ ਚੀਜ਼ਾਂ ਦਾ ਆਪਾਂ ਨੂੰ ਇਹਨਾਂ ਦਾ ਗਿਆਨ ਹੁੰਦਾ, ਅੰਦਰਲੀ ਸੱਤਾ ਨਾਲ ਉਹ ਜੋਤੀ ਸਰੂਪ ਅੰਦਰ ਦਿਸਦਾ ਹੈ। ਸਰਬ ਲੋਕ ਪੂਰਨ ਪ੍ਰਤਪਾਲ। ਉਹ ਸਾਰਿਆਂ ਲੋਕਾਂ 'ਚ ਪੂਰਨ ਹੈ, ਸਾਰਿਆਂ 'ਚ ਪੂਰਨ ਹੁੰਦਾ ਹੈ, ਫਿਰ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਵਿਆਪਕ ਹੈ। ਬਨ ਤਿਨ ਪਰਬਤ ਹੈ ਪਾਰ ਬ੍ਰਹਮ। ਜਦੋਂ ਦਿਵ ਦ੍ਰਿਸ਼ਟੀ ਜਾਗ ਪਏ, ਦੇਸ਼ਾਂ ਵਿੱਚ ਵੀ, ਕੱਖਾਂ ਵਿੱਚ ਵੀ, ਪਹਾੜਾਂ ਵਿੱਚ ਵੀ ਉਹ ਪਾਰ ਬ੍ਰਹਮ ਪਰਮੇਸ਼ਰ ਹੀ ਹੈ। ਬਨ ਸਰੀਰਾਂ ਵਿੱਚ ਵੀ, ਤਿੰਨ ਇੰਦਰੀਆਂ ਵਿੱਚ ਵੀ, ਪਰਬਤ ਅਸਤਾਂ ਵਿੱਚ ਵੀ, ਪੰਜਾਂ ਕੋਸ਼ਾਂ ਵਿੱਚ ਵੀ ਉਹ ਪਾਰ ਬ੍ਰਹਮ ਪਰਮੇਸ਼ਰ ਹੈ। ਪਹਾੜ ਦੀ ਨਿਆਈ। ਜੈਸੀ ਆਗਿਆ ਤੈਸਾ ਕਰਮ। ਪਰ ਉਹ ਸੁਤੰਤਰ ਹੈ। ਜਿਹੋ ਜਿਹੀ ਆਗਿਆ ਹੁੰਦੀ ਹੈ, ਤਤ ਉਹਦੀ ਆਗਿਆ ਵਿੱਚ ਭਾਵੇਂ ਜੜ ਹਨ, ਉਹਦੀ ਚੇਤਨ ਸੱਤਾ ਕਰਕੇ ਉਹ ਜਿਹਾ ਕੰਮ ਇਹ ਕਰੀ ਜਾਂਦੇ। 25 ਪ੍ਰਕਿਰਤੀਆਂ ਰੂਪ ਹੋ ਕੇ ਸਰੀਰ ਦੀਆਂ ਖਿਲਕਾਂ ਦੇ ਅੰਦਰ ਰਸ ਪਹੁੰਚਾਈ ਜਾਂਦੇ ਹਨ। ਇਸ ਪ੍ਰਕਾਰ ਜਿਸ ਤਰ੍ਹਾਂ ਦੀ ਆਗਿਆ ਹੁੰਦੀ ਹੈ, ਉਸ ਤਰ੍ਹਾਂ ਦਾ ਸਭ ਕਰਤੱਵ ਹੋ ਰਿਹਾ ਹੈ। ਪੌਣ ਪਾਣੀ ਬੈ ਸੰਤਰ ਮਾਹਿ। ਹੈ ਪੌਣ ਵਿੱਚ ਵੀ ਸਾਰਿਆਂ ਦੇ ਅਤੇ ਪਾਣੀ ਵਿੱਚ ਵੀ ਹੈ। ਅਗਨੀ ਵਿੱਚ ਵੀ ਉਹ ਪਰਮੇਸ਼ਰ ਹੀ ਵਿਆਪਕ ਹੈ। ਪੌਣ ਦੇ ਅੰਦਰ ਸਾਧ ਸੰਗਤ ਜੀ, ਇੱਕ ਸਕੰਦ ਵਾਯੂ ਹੈ, ਇੱਕ ਨਿਸਕੰਦ ਵਾਯੂ ਹੈ। ਸਕੰਦ ਚੱਲਣ ਵਾਲੀ ਹਵਾ ਹੈ, ਨਿਸਕੰਦ ਖੜੀ ਹਵਾ ਦਾ ਨਾਂ ਹੈ। ਇਹ ਪਾਣੀ ਜਿੰਨੇ ਮਿੱਠੇ, ਕੌੜੇ, ਕਾਲੇ, ਚਿੱਟੇ ਆਦਿਕ ਇਹਨਾਂ ਪਾਣੀਆਂ ਵਿੱਚ ਵੀ ਬੈਸੰਤਰ ਅਗਨੀ 4 ਪ੍ਰਕਾਰ ਦੀ ਹੈ। ਇਹਦੇ 'ਚ ਸਮਾਨ ਬੜਵਾ ਨਲ ਅਗਨੀ, ਗਰਭ ਦੀ ਅੱਗ ਆਦਿਕ ਇਹਨਾਂ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ। ਉਸ ਤੋਂ ਵੱਖਰੀ ਕੋਈ ਚੀਜ਼ ਨਹੀਂ। ਪੌਣ ਰਜੋ ਗੁਣੀਆਂ ਵਿੱਚ ਵੀ ਉਹ ਹੈ, ਪਾਣੀ ਸਤੋ ਗੁਣੀਆਂ 'ਚ ਵੀ ਉਹ ਹੈ, ਬੈਸੰਤਰ ਤਮੋ ਗੁਣੀਆਂ ਵਿੱਚ ਵੀ ਉਹ ਹੈ। ਪੌਣ ਦੀ ਨਿਆਈ ਸਾਰਿਆਂ ਦੇ ਅੰਦਰ ਉਹ ਸਾਹ ਰੂਪ ਹੋ ਰਿਹਾ ਹੈ। ਪਾਣੀ ਦੀ ਨਿਆਈ ਸਾਰਿਆਂ ਦੇ ਚਿੱਤ 'ਚ ਸ਼ਾਂਤ ਰੂਪ ਹੋ ਕੇ ਵਸ ਰਿਹਾ ਹੈ। ਬੈਸੰਤਰ ਦੀ ਨਿਆਈ ਸਾਰਿਆਂ ਦੇ ਅੰਦਰ ਪ੍ਰਕਾਸ਼ ਦਾ ਰੂਪ ਹੋ ਕੇ ਵਸ ਰਿਹਾ ਹੈ। ਇਉਂ ਸਾਰਿਆਂ ਤੱਤਾਂ 'ਚ ਵੀ ਹੈ, ਇਉਂ ਸਾਰਿਆਂ 'ਚ ਪ੍ਰਕਾਸ਼ ਦਾ ਵੀ ਹੈ। 4 ਕੁੰਟ ਦਹਿ ਦਿਸੇ ਸਮਾਹਿ। ਚਾਰੇ ਕੁੰਟਾਂ ਉੱਤਰ, ਦੱਖਣ, ਪੂਰਬ, ਪੱਛਮ ਵਿੱਚ 10 ਦਿਸ਼ਾਵਾਂ ਦੇ ਨਾਲ ਕੋਣਾਂ ਜਿਹੜੀਆਂ ਹਨ, ਨੈਰਤ, ਬਾਜਵ ਆਦਿਕ ਕੋਣਾਂ ਅਤੇ ਜ਼ਮੀਨ ਤੇ ਆਕਾਸ਼, ਇਹ 10 ਦਿਸ਼ਾ ਵਿੱਚ ਵੀ ਉਹ ਪਰਮੇਸ਼ਰ ਸੁਭਾਏਮਾਨ ਆਨੰਦ ਸਰੂਪ ਹੈ, ਸਮਾਹਿ ਸਮਾਇਆ ਹੋਇਆ ਹੈ ਉਹ। ਅਤੇ 4 ਕੁੰਟ ਚਾਰੇ ਅੰਤঃਕਰਣ, ਮਨ, ਬੁੱਧ, ਚਿੱਤ, ਅਹੰਕਾਰ ਵਿੱਚ ਵੀ, 10 ਇੰਦਰੀਆਂ ਦੇ ਤਰਫ ਵੀ ਅਤੇ ਸਾਰਿਆਂ ਵਿੱਚ ਉਹ ਸਮਾਇਆ ਹੋਇਆ ਹੈ। 4 ਕੁੰਟ 4 ਖਾਣੀਆਂ ਵਿੱਚ ਵੀ, 10 ਦਿਸ਼ਾ 'ਚ ਜਿੰਨਾ ਸਾਰਾ ਪਸਾਰਾ ਹੈ, ਸਾਰਿਆਂ ਵਿੱਚ ਇਹ ਪਰਮੇਸ਼ਰ ਵਿਆਪਕ ਹੈ।
ਤਿਸ ਤੇ ਭਿੰਨ ਨਹੀਂ ਕੋ ਠਾਉ। ਉਸ ਵਾਹਿਗੁਰੂ ਤੋਂ ਭਿੰਨ ਵੱਖਰਾ ਭਾਈ ਕੋਈ ਵੀ ਥਾਂ ਨਹੀਂ ਹੈ। ਉਹ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ ਪਰਮੇਸ਼ਰ। ਗੁਰ ਪ੍ਰਸਾਦ ਨਾਨਕ ਸੁਖ ਪਾਉ। ਇਹ ਗਿਆਨ ਨੂੰ ਪ੍ਰਾਪਤ ਕਰਕੇ ਗਿਆਨ ਅੰਜਨ ਗੁਰ ਦੀਆ, ਇਹ ਗੁਰਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਉਸ ਸੁਖ ਸਰੂਪ ਨੂੰ, ਪਾ ਹੇ ਪੁਰਖ, ਫਿਰ ਮੁੜ ਕਦੇ ਤੈਨੂੰ ਦੁੱਖ ਨਹੀਂ ਹੋਵੇਗਾ। ਵੇਦ ਪੁਰਾਨ ਸਿਮਰਤ ਮਹਿ ਦੇਖ। ਇਹ ਵੇਦਾਂ ਵਿੱਚ ਵੀ ਉਸੇ ਪਰਮੇਸ਼ਰ ਦਾ ਕਥਨ ਹੈ ਅਤੇ ਸ਼ਾਸਤਰਾਂ ਵਿੱਚ ਵੀ ਉਸੇ ਦਾ ਕਥਨ ਹੈ। ਸਿਮਰਤੀਆਂ ਵਿੱਚ ਵੀ ਉਸੇ ਦਾ ਕਥਨ ਹੈ, ਪੁਰਾਣਾਂ ਵਿੱਚ ਵੀ ਉਸੇ ਦਾ ਕਥਨ ਹੈ। ਸਭ ਉਸੇ ਨੂੰ ਵੇਖਣਾ ਕਰੋ। ਵੇਦ ਜਿਸ ਨੂੰ ਵੇਦ ਨੇਤ ਨੇਤ ਕਰਕੇ ਕਹਿੰਦੇ ਆ, ਪੁਰਾਣ ਜਿਸ ਨੂੰ ਸਰਗੁਣ ਰੂਪ ਕਰਕੇ ਕਥਨ ਕਰਦੇ ਆ, ਸਿਮਰਤੀਆਂ ਜਿਸ ਨੂੰ ਵਿਧੀ ਆਦਿਕ ਪੱਖ ਦੁਆਰਾ ਕਥਨ ਕਰਦੀਆਂ ਹਨ, ਅਤੇ ਉਸ ਪਰਮੇਸ਼ਰ ਨੂੰ ਸਾਰਿਆਂ ਵਿੱਚ ਵਿਆਪਕ ਵੇਖਣਾ ਕਰ। ਵੇਦ ਗਿਆਨ ਸਰੂਪ, ਪੁਰਾਣ ਨਾਉ ਪੁਰਾਤਨ ਸਰੂਪ ਦਾ ਹੈ। ਸਿਮਰਤ ਸਿਮਰਨ ਕਰਕੇ ਉਹ ਮਹਿ ਸਾਰੀ ਪ੍ਰਿਥਵੀ ਦੇ ਅੰਦਰ ਆਪਣੀ ਬੁੱਧ ਰੂਪੀ ਧਰਤੀ ਅੰਦਰ ਉਸ ਨੂੰ ਵੇਖ ਲੈ। ਸਸੀਅਰ ਸੂਰ ਨਖੱਤਰ ਮਹਿ ਏਕ। ਸਸੀਅਰ ਚੰਦਰਮਾ ਵਿੱਚ ਵੀ, ਸੂਰ ਸੂਰਜ ਵਿੱਚ ਵੀ, ਰਾਹੂ ਕੇਤੂ ਆਦਿਕਾਂ ਵਿੱਚ ਵੀ, ਨਖੱਤਰ ਤਾਰੇ ਮੰਡਲ ਵਿੱਚ ਵੀ ਇੱਕੋ ਹੀ ਪਰਮੇਸ਼ਰ ਹੈ। ਸਸੀਅਰ ਵੈਰਾਗ ਵਾਲੇ ਜਿਹੜੇ ਪੁਰਖ ਹੋਣਗੇ, ਸੂਰਜ ਦੀ ਨਿਆਈ ਵਿਵੇਕੀ ਜਿਹੜੇ ਪੁਰਖ ਆ, ਤਾਰਿਆਂ ਦੀ ਨਿਆਈ ਵੈਰਾਗ ਦੇ ਤਾਰੇ ਜਿਨ੍ਹਾਂ ਦੇ ਚੜ੍ਹੇ ਰਹਿੰਦੇ ਆ, ਸਾਰਿਆਂ ਵਿੱਚ ਉਸ ਪਰਮੇਸ਼ਰ ਨੂੰ ਇੱਕੋ ਨੂੰ ਹੀ ਵੇਖਦੇ ਆ। ਜ਼ਮੀਨ ਅਸਮਾਨ ਵਿੱਚ ਜਿਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ। ਇਹ ਭਾਈ ਪ੍ਰਭੂ ਦੀ ਬਾਣੀ ਹੈ। ਇਹ ਧੁਰ ਕੀ ਬਾਣੀ ਆਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਇਹ ਸਭ ਦੇ ਤਾਈਂ ਬੋਲ ਕੇ ਉਪਦੇਸ਼ ਦੇ ਰਹੀ ਹੈ। ਕੋਈ ਕਿਸੇ ਜਾਤ 'ਚ ਹੋਵੇ, ਕਿਸੇ ਕੌਮ ਵਿੱਚ ਹੋਵੇ, ਖੱਤਰੀ ਬ੍ਰਾਹਮਣ ਸੂਦ ਬੈਸ, ਉਦਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸਹਿ ਹਰਵਾਲ। ਇਹ ਸਤਨਾਮ ਰੂਪ ਬਾਣੀ ਸਭ ਦੇ ਤਾਈਂ ਵਾਹਿਗੁਰੂ ਦੀ ਬਾਬਤ ਬੋਲਦੀ ਕਿ ਪਰਮੇਸ਼ਰ ਸਾਰਿਆਂ ਦਾ ਆਸਰਾ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ਤਾ ਰੂਪ ਹੈ। ਸਭ ਨੂੰ ਇਹ ਸਾਂਝਾ ਉਪਦੇਸ਼ ਦਿੰਦੀ ਹੈ। ਜਿਵੇਂ ਹਵਾ ਸਾਰਿਆਂ ਦੀ ਸਾਹ ਬਣੀ ਹੋਈ ਹੈ, ਜਿਵੇਂ ਅੰਨ ਸਾਰਿਆਂ ਦੀ ਖੁਰਾਕ ਬਣਿਆ ਹੋਇਆ, ਇਵੇਂ ਬਾਣੀ ਵਾਹਿਗੁਰੂ ਦੀ ਹੈ। ਸਭ ਦੇ ਤਾਈਂ ਇਹ ਬੋਲ ਕੇ ਉਪਦੇਸ਼ ਦੇ ਰਹੀ ਹੈ। ਆਪ ਅਡੋਲ ਨ ਕਬਹੂ ਡੋਲੈ। ਉਹ ਪਰਮੇਸ਼ਰ ਆਪ ਅਡੋਲ ਹੈ। ਉਹਨੂੰ ਮਾਇਆ ਨਹੀਂ ਡੁਲਾ ਸਕਦੀ, ਉਹਨੂੰ ਕਾਲ ਨਹੀਂ ਡੁਲਾ ਸਕਦਾ, ਕਦੇ ਡੋਲਦਾ ਨਹੀਂ। ਆਪਣੀ ਪਦਵੀ ਤੇ ਇੱਕ ਰਸ ਰਹਿੰਦਾ ਹੈ। ਸਰਬ ਕਲਾ ਕਰ ਖੇਲੈ ਖੇਲ। ਇਹ ਸਾਰੀਆਂ ਕਲਾ ਸ਼ਕਤੀਆਂ ਉਸੇ ਦੀਆਂ ਕੀਤੀਆਂ ਹੋਈਆਂ। ਸਰਬ ਕਲਾ ਸਮਰੱਥ ਹੈ। ਕਿਸੇ 'ਚ 64 ਕਲਾ ਹੈ, ਕਿਸੇ 'ਚ 14 ਕਲਾ ਹੈ, ਕਿਸੇ 'ਚ 16 ਕਲਾ ਹੈ। ਸਰਬ ਕਲਾ ਸਮਰੱਥ ਉਹ ਆਪ ਹੀ ਵਾਹਿਗੁਰੂ ਹੈ। ਉਹ ਸਾਰੀਆਂ ਕਲਾ ਨੂੰ ਰਚ ਕਰਕੇ ਸੱਚੇ ਪਾਤਸ਼ਾਹ ਸ਼ਕਤੀਆਂ ਨੂੰ ਆਪ ਹੀ ਖੇਲਾਂ ਨੂੰ ਖੜਾ ਦਿੰਦਾ ਹੈ ਅਤੇ ਆਪ ਹੀ ਖੇਲ ਨੂੰ ਖੇਲ ਰਿਹਾ ਰਚ ਕੇ। ਮੋਲ ਨ ਪਾਈਐ ਗੁਣ ਹੈ ਅਮੋਲ। ਇਹ ਪਿਆਰਿਓ, ਕਿਸੇ ਸਾਧਨ ਰੂਪੀ ਮੁੱਲ ਦੇ ਵੱਟੇ ਨਹੀਂ ਉਹ ਪਾਇਆ ਜਾਂਦਾ। ਉਸ ਦੇ ਅਮੋਲਕ ਗੁਣ ਹਨ। ਅਮੁੱਲ ਗੁਣ ਅਮੁੱਲ ਵਾਪਾਰ ਹੈ ਉਸ ਦਾ। ਸਰਬ ਜੋਤ ਮਹਿ ਜਾ ਕੀ ਜੋਤ। ਫਿਰ ਮਹਾਰਾਜ ਹੈ ਕਿਹੋ ਜਿਹਾ ਉਹ, ਇਹ ਤਾਂ ਦੱਸਿਓ। ਮਹਾਰਾਜ ਕਹਿੰਦੇ ਸਰਬ ਜੋਤ ਮਹਿ ਜਾ ਕੀ ਜੋਤ। ਭਾਈ ਸਾਰੇ ਜੋਤੀ ਚੰਦ ਸੂਰਜ ਬਿਜਲੀ ਤਾਰਾ ਅਗਨੀ ਆਦਿਕ ਜਿੰਨੇ ਆ ਨਾ, ਸਾਰਿਆਂ 'ਚ ਜਿਸ ਦੀ ਜੋਤ ਪ੍ਰਕਾਸ਼ ਹੈ, ਜਿਸ ਦੇ ਪ੍ਰਕਾਸ਼ ਨਾਲ ਸਾਰੇ ਪ੍ਰਕਾਸ਼ਵਾਨ ਹੋ ਰਹੇ ਆ। ਧਾਰ ਰਹਿਓ ਸੁਆਮੀ ਓਤ ਪੋਤ। ਇਹਨਾਂ ਸਾਰੀਆਂ ਜੋਤੀਆਂ ਨੂੰ ਆਪ ਦੇ ਆਸਰੇ ਧਾਰਨ ਕਰ ਰਿਹਾ। ਉਹ ਸੁਆਮੀ ਓਤ ਪੋਤ ਤਾਣੇ ਪੇਟੇ ਵਿੱਚ ਮਿਲਿਆ ਹੋਇਆ ਸਾਰਿਆਂ ਦੇ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਭ ਮਹਿ ਜੋਤ ਜੋਤ ਹੈ ਸੋਏ।
ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਪ੍ਰਸਾਦ ਭਰਮ ਕਾ ਨਾਸ। ਸੱਚੇ ਪਾਤਸ਼ਾਹ ਭਰਮ ਨਹੀਂ ਚੱਕਿਆ ਜਾਂਦਾ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਗੁਰਾਂ ਦੀ ਕਿਰਪਾ ਨਾਲ ਭਾਈ ਇਹ ਭਰਮ ਦਾ ਨਾਸ਼ ਹੋ ਜਾਂਦਾ ਹੈ। ਨਾਨਕ ਤਿਨ ਮਹਿ ਏਹੋ ਬਿਸਾਸ। ਭਾਈ ਜਿਨ੍ਹਾਂ ਦਾ ਭਰਮ ਗੁਰਾਂ ਦੀ ਕਿਰਪਾ ਨਾਲ ਨਾਸ਼ ਹੋ ਗਿਆ, ਉਹਨਾਂ ਦੇ ਅੰਦਰ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਰੋਸਾ ਹੈ। ਉਹਨਾਂ ਨੂੰ ਐਸਾ ਦ੍ਰਿਸ਼ਟਾਂਤ, ਐਸਾ ਨਜ਼ਾਰਾ, ਉਹ ਹਰ ਵਕਤ ਇਸ ਨਜ਼ਾਰੇ ਵਿੱਚ ਜੁੜੇ ਰਹਿੰਦੇ ਹਨ। ਤੇ ਮਹਾਰਾਜ ਉਹ ਕੌਣ ਹੈ? ਮਹਾਰਾਜ ਕਹਿੰਦੇ ਸੰਤ ਹੈ ਭਾਈ ਉਹ, ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਭਰਮ ਦਾ ਨਾਸ ਹੋਇਆ। ਐਸਾ ਭਰੋਸਾ ਆਇਆ ਹੈ, ਉਹ ਕੀ ਨਿਗਾਹ ਨਾਲ ਵੇਖਦੇ ਹਨ, ਇਹ ਤਾਂ ਉਹ ਸੰਤ ਆਪ ਹੀ ਜਾਣਦੇ ਹਨ। ਸੋ ਸਾਧ ਸੰਗਤ ਜੀ, ਅੱਜ ਅਸੀਂ ਥੋੜ੍ਹਾ ਜਿਹਾ ਕਿਸੇ ਕਾਰਨ ਕਰਕੇ 3 ਪੌੜੀਆਂ ਤੱਕ ਹੀ ਵਿਚਾਰ ਸਤਿਗੁਰੂ ਜੀ ਦੀ ਆਗਿਆ ਨਾਲ ਇੱਥੇ ਹੀ ਸਮਾਪਤੀ ਕਰਾਂਗੇ। ਵੈਸੇ ਅਸੀਂ ਪਿੱਛੇ 4-4 ਪੌੜੀਆਂ ਪਦਿਆਂ ਦੀ ਵਿਚਾਰ ਕਰਦੇ ਆਏ ਹਾਂ। ਸੋ ਕੱਲ੍ਹ ਨੂੰ ਇਹ ਆ ਕਿ 5 ਪਦੇ ਹੋ ਜਾਣਗੇ। ਅੱਜ 3 ਪਦੇ ਹੋਏ ਹਨ ਇਸ ਵਿੱਚੋਂ। ਸੋ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਗੁਰਬਾਣੀ ਸਾਹਿਬ ਜੀ ਨੂੰ ਗਾਉਂਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਬਖਸ਼ਣੇ ਯੋਗ ਹੋ ਬਖਸ਼ ਲੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣੇ ਯੋਗ ਹਨ, ਬਖਸ਼ ਲੈਣ, ਸਾਨੂੰ ਸਮਤ ਬਖਸ਼ਣ। ਆਓ ਇੱਥੇ ਹੀ ਇਹ 23ਵੀਂ ਅਸ਼ਟਪਦੀ ਦੇ 3ਜੀ ਪੌੜੀ ਤੱਕ ਸਮਾਪਤੀ ਕਰਦੇ ਹਾਂ। ਸਤਿਗੁਰੂ ਜੀ ਦੀ ਆਗਿਆ ਲਈਏ। ਆਓ ਸਮਾਪਤੀ ਵਾਲੀਆਂ ਇਹਨਾਂ ਪੰਕਤੀਆਂ ਨੂੰ ਗਾ ਕੇ ਪੜ੍ਹ ਕੇ ਸਰਵਣ ਕਰੀਏ ਜੀ। ਗੁਰ ਪ੍ਰਸਾਦ ਭਰਮ ਕਾ ਨਾਸ। ਨਾਨਕ ਤਿਨ ਮਹਿ ਏਹੋ ਬਿਸਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।